ਸ੍ਰੀ ਅਕਾਲ ਪਿਆਰੇ ਦੋਸਤੋ, ਪਿਆਰ ਭਰੀ ਫਤਿਹ ਕਬੂਲ ਕਰਿਓ। ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ। ਜਿੱਥੇ ਜਿੱਥੇ ਇਤਿਹਾਸ ਵਿੱਚ ਮੁੰਡਿਆਂ ਨੇ ਬਾਜੀ ਮਾਰੀ ਆ ਤਾਂ ਉੱਥੇ ਉੱਥੇ ਕੁੜੀਆਂ ਨੇ ਵੀ ਇਤਿਹਾਸ ਨਵਾਂ ਸਿਰਜਿਆ ਤੇ ਨਵੇਂ ਇਤਿਹਾਸ ਨਾਲ ਸੰਸਾਰ ਨੂੰ ਇੱਕ ਵਡਮੁੱਲੀ ਦੇਣ ਦਿੱਤੀ। ਅੱਜ ਅਸੀਂ ਜਿਸ ਦੀ ਗੱਲ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਮੈਰੀ ਕਿਊਰੀ, ਜਿਸ ਨੂੰ ਮੈਡਮ ਮੈਰੀ ਕਿਊਰੀ ਵੀ ਕਿਹਾ ਜਾਂਦਾ ਹੈ। ਮੈਰੀ ਕਿਊਰੀ ਦਾ ਪੂਰਾ ਨਾਮ ਸੀ ਮੈਰੀ ਸਕਡੋਵਸਕਾ ਕਿਊਰੀ। 7 ਨਵੰਬਰ 1867 ਤੋਂ 4 ਜੁਲਾਈ 1934 ਤੱਕ ਦਾ ਇਹਨਾਂ ਦਾ ਜੀਵਨ ਕਾਲ ਰਹਿੰਦਾ ਹੈ। ਇੱਕ ਪੋਲਿਸ਼ ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਸੀ ਮੈਰੀ ਕਿਊਰੀ। ਉਹ ਆਪਣੇ ਰੇਡੀਓਤਮਤਾ ਦੇ ਖੇਤਰ ਵਿੱਚ ਕੀਤੀ ਖੋਜ ਵਾਸਤੇ ਮਸ਼ਹੂਰ ਹੈ। ਉਹਦੇ 2 ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ। ਉਹ ਯੂਨੀਵਰਸਿਟੀ ਆਫ ਪੈਰਿਸ ਦੀ ਪਹਿਲੀ ਮਹਿਲਾ ਪ੍ਰੋਫੈਸਰ ਵੀ ਸੀ ਅਤੇ 1995 ਵਿੱਚ ਪੈਰਿਸ ਦੇ ਪੈਨੇਥਿਊ ਵਿਖੇ ਦਫਨਾਈ ਜਾਣ ਵਾਲੀ ਪਹਿਲੀ ਔਰਤ ਸੀ। ਉਸ ਦਾ ਜਨਮ ਮਾਰੀਆ ਸਲੋਮੀਆ ਸਕਲੋਡਵਰਕਸ ਬਾਰਸ ਪੋਲੈਂਡ ਵਿੱਚ ਸਮੇਂ ਕਿੰਗਡਮ ਆਫ ਪੋਲੈਂਡ ਵਿਖੇ 7 ਨਵੰਬਰ 1867 ਨੂੰ ਹੋਇਆ। ਉਹ ਵਾਰਸਾ ਵਿਖੇ ਕਲਾਦੇਸਤੀਨ ਫਲੋਟਿੰਗ ਯੂਨੀਵਰਸਿਟੀ ਤੋਂ ਪੜ੍ਹੀ ਸੀ ਅਤੇ ਉਸਨੇ ਵਿਗਿਆਨਕ ਟ੍ਰੇਨਿੰਗ ਵਾਰਸਾ ਵਿਖੇ ਵੀ ਸ਼ੁਰੂ ਕੀਤੀ ਸੀ। 1891 ਵਿੱਚ 24 ਸਾਲਾਂ ਦੀ ਉਮਰ ਵਿੱਚ ਉਹ ਆਪਣੀ ਵੱਡੀ ਭੈਣ ਬਨੋਸਲਾਵਾ ਨਾਲ ਪੜ੍ਹਨ ਵਾਸਤੇ ਪੈਰਿਸ ਵਿੱਚ ਜਾ ਵਸੀ, ਜਿੱਥੇ ਉਸਨੇ ਆਪਣੀ ਉੱਚਿਤ ਸਿੱਖਿਆ ਪੜ੍ਹਾਈ ਪ੍ਰਾਪਤ ਕੀਤੀ। ਉਸਨੇ 1903 ਵਿੱਚ ਆਪਣੇ ਪਤੀ ਪਿਯਰੇ ਕਿਊਰੀ ਦੇ ਭੌਤਿਕ ਵਿਗਿਆਨ ਹੈਨਰੀ ਬਿਕਰਲ ਨਾਲ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਵੀ ਸਾਂਝਾ ਕੀਤਾ। ਫਿਰ 1911 ਵਿੱਚ ਉਸਨੇ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਜਿੱਤਿਆ। ਸਕਲੋਡਵਸਕਾ ਕਿਊਰੀ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ ਤੇ ਅੱਜ ਦੇਸ਼ ਵਿੱਚ ਇਕਲੌਤੀ ਔਰਤ ਹੈ ਜਿਸ ਨੇ 2 ਖੇਤਰਾਂ ਵਿੱਚ ਇਹ ਨਾਮ ਹਾਸਲ ਕੀਤਾ। ਇਕਲੌਤੀ ਇਨਸਾਨ ਜਿਸ ਨੇ ਵਿਗਿਆਨ ਦੇ 2 ਵੱਖ-ਵੱਖ ਖੇਤਰਾਂ ਵਿੱਚ ਇਹ ਇਨਾਮ ਹਾਸਲ ਕੀਤਾ। ਉਸ ਨੇ ਰੇਡੀਓ ਧਰਮਿਤਾ ਦੇ ਆਪਣੇ ਸਿਧਾਂਤ ਦਿੱਤੇ ਅਤੇ 2 ਧਾਤਾਂ ਦੀ ਖੋਜ ਕੀਤੀ, ਪੈਲੋਨੀਅਮ ਅਤੇ ਰੇਡੀਅਮ। ਉਸ ਨੇ ਪੈਰਿਸ ਅਤੇ ਵਾਰਸਾ ਵਿਖੇ ਕਿਊਰੀ ਇੰਸਟੀਚਿਊਟ ਦੀ ਨੀਂਹ ਰੱਖੀ। ਇੱਕ ਵਫਾਦਾਰ ਫਰਾਂਸੀਸੀ ਵਾਸੀ ਹੋਣ ਦੇ ਬਾਵਜੂਦ ਉਸਨੇ ਆਪਣੀ ਪੋਲਿਸ਼ ਸ਼ਖਸੀਅਤ ਨਹੀਂ ਗਵਾਈ। ਉਸਨੇ ਆਪਣੇ ਦੋਵਾਂ ਧੀਆਂ ਨੂੰ ਪੋਲਿਸ਼ ਭਾਸ਼ਾ ਸਿਖਾਈ ਅਤੇ ਉਹਨਾਂ ਨੂੰ ਪੋਲੈਂਡ ਲੈ ਕੇ ਗਈ। ਉਸਨੇ ਆਪਣੇ ਦੁਆਰਾ ਖੋਜੇ ਗਏ ਪਹਿਲੇ ਧਾਤ ਦਾ ਨਾਂ ਆਜ਼ਾਦ ਪੋਲੈਂਡ ਦੇ ਨਾਂ ਦੇ ਉੱਤੇ ਰੱਖਿਆ, ਜਿਸ ਨੇ 1934 ਵਿੱਚ ਆਪਣੇ ਜੱਦੀ ਸ਼ਹਿਰੀ ਕਾਰਨ ਉਸ ਦੀ ਮੌਤ ਹੋ ਗਈ। ਉਸਦਾ ਜੋ ਜੀਵਨ ਸੀ ਮੈਰੀ ਕਿਊਰੀ ਦਾ, ਬਚਪਨ ਵਿੱਚ ਮਾਰੀਆ ਸਕਲੋਡੋਵਸਕਾ ਦਾ ਜਨਮ ਉਸ ਸਮੇਂ ਦੇ ਰੂਸ ਦੇ ਪੋਲੈਂਡ ਵਿਖੇ 7 ਨਵੰਬਰ 1967 ਨੂੰ ਪ੍ਰਸਿੱਧ ਅਧਿਆਪਕਾਂ ਬੋਨੀਸਲਾਵਾ ਅਤੇ ਵਲਾਡੀਸਲਾਵ ਸਕਲੋਡੋਵਸਕੀ ਦੇ ਘਰ ਹੋਇਆ। ਉਹ 5ਵੀਂ ਸਭ ਤੋਂ ਛੋਟੀ ਸੰਤਾਨ ਸੀ। ਮਾਰੀਆ ਦੇ ਭੈਣ ਭਰਾ ਸਨ ਜੋਸਫੀਆ ਜਨਮ 1862, ਜੋਫੇਜ਼ 1863, ਬੋਨਸਲਾਵਾ 1865 ਅਤੇ ਹੈਲੀਨਾ 1866 ਸਨ। ਮਾਰੀਆ ਦਾ ਦਾਦਾ ਜੋਸਫ ਸਕਲੋਡੋਵਸਕੀ ਲੁਬਿਨ ਵਿਖੇ ਇੱਕ ਪ੍ਰਸਿੱਧ ਮਾਸਟਰ ਸੀ। ਉਸ ਦੇ ਪਿਤਾ ਗਣਿਤ ਅਤੇ ਵਿਗਿਆਨ ਦੇ ਅਧਿਆਪਕ ਸੀ। ਉਸ ਦੀ ਮਾਂ ਦੀ ਮੌਤ ਤਪਦੇ ਟੀਵੀ ਕਾਰਨ ਹੋਈ ਅਤੇ ਜਦੋਂ ਮਾਰੀਆ ਸਿਰਫ 12 ਵਰ੍ਹਿਆਂ ਦੀ ਸੀ। ਮਾਰੀਆ ਦੇ ਪਿਤਾ ਨਾਸਤਿਕ ਸਨ ਪਰ ਉਸ ਦੀ ਮਾਂ ਈਸਾਈ ਸੀ। ਆਪਣੀ ਭੈਣ ਤੇ ਭਰਾ ਮਾਂ ਦੀ ਮੌਤ ਤੋਂ ਬਾਅਦ ਉਸ ਦਾ ਈਸਾਈ ਧਰਮ ਤੋਂ ਵਿਸ਼ਵਾਸ ਉੱਠ ਗਿਆ ਅਤੇ ਉਹ ਨਾਸਤਿਕ ਬਣ ਗਈ। 10 ਸਾਲਾਂ ਦੀ ਉਮਰ ਵਿੱਚ ਉਸਨੇ ਬੋਰਡਿੰਗ ਸਕੂਲ ਵਿੱਚ ਦਾਖਲਾ ਲਿੱਤਾ। ਜਲਦੀ ਉਸਨੇ ਪਰਿਵਾਰ ਦੀ ਸੰਪਤੀ ਗਵਾਚ ਗਈ ਅਤੇ ਉਹ ਗਰੀਬ ਹੋ ਗਏ। ਉਸਨੇ ਫਰਾਂਸ ਜਾਣ ਦਾ ਫੈਸਲਾ ਕੀਤਾ ਤੇ ਉੱਥੇ ਉਚੇਰੀ ਸਿੱਖਿਆ ਪ੍ਰਾਪਤ ਕਰ ਸਕੇ। ਪੈਰਿਸ ਵਿੱਚ ਜੋ ਇਸ ਦੀ ਇੱਕ ਨਵੀਂ ਜ਼ਿੰਦਗੀ ਸੀ, 1891 ਦੇ ਅਖੀਰ ਵਿੱਚ ਉਸਨੇ ਫਰਾਂਸ ਲਈ ਪੋਲੈਂਡ ਛੱਡ ਦਿੱਤਾ। ਪੈਰਿਸ ਵਿੱਚ ਮਾਰੀਆ ਜਾਂ ਮੈਰੀ, ਜਿਵੇਂ ਕਿ ਉਹ ਫਰਾਂਸ ਵਿੱਚ ਜਾਣੀ ਜਾਂਦੀ ਸੀ, ਯੂਨੀਵਰਸਿਟੀ ਦੇ ਨੇੜੇ ਕੋਈ ਰਹਿਣ ਦੀ ਥਾਂ ਲੱਭਣ ਤੱਕ ਆਪਣੀ ਭੈਣ ਤੇ ਭਰਜਾਈ ਕੋਲ ਥੋੜ੍ਹੇ ਚਿਰ ਲਈ ਪਨਾਹ ਲਈ ਸੀ ਅਤੇ ਪੈਰਿਸ ਯੂਨੀਵਰਸਿਟੀ ਵਿੱਚ, ਜਿੱਥੇ ਉਸਨੇ 1891 ਵਿੱਚ ਅਖੀਰ ਵਿੱਚ ਦਾਖਲਾ ਲਿਆ, ਰਸਾਇਣ ਗਣਿਤ ਅਤੇ ਭੌਤਿਕ ਵਿਗਿਆਨ ਆਪਣੀ ਪੜ੍ਹਾਈ ਦੇ ਅੱਗੇ ਤੋਰ ਰਹੀ ਸੀ। ਉਸਨੇ ਉਸ ਕੋਲ ਮੌਜੂਦ ਥੋੜ੍ਹੇ ਜਿਹੇ ਸਰੋਤਾਂ ਰਾਹੀਂ ਸਹਾਇਤਾ ਲਈ ਅਤੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਸਾਰੇ ਕੱਪੜੇ ਪਹਿਨ ਕੇ ਠੰਡ ਦੀ ਰੁੱਤ ਵਿੱਚ ਖੁਦ ਨੂੰ ਨਿੱਘ ਵਿੱਚ ਬਣਾਈ ਰੱਖਿਆ। ਉਸਨੇ ਖੁਦ ਦੀ ਪੜ੍ਹਾਈ ਤੇ ਇੰਨਾ ਜ਼ੋਰ ਲਗਾਇਆ ਜਾਂ ਇੰਨਾ ਧਿਆਨ ਦਿੱਤਾ ਕਿ ਉਹ ਕਈ ਵਾਰ ਤਾਂ ਖਾਣਾ ਪੀਣਾ ਵੀ ਭੁੱਲ ਜਾਂਦੀ ਸੀ। ਸਕੂਡੋਵਸਕਾ ਨੇ ਇਨ ਦਿਨ ਦੌਰਾਨ ਅਧਿਐਨ ਕੀਤਾ ਅਤੇ ਸ਼ਾਮ ਨੂੰ ਅਧਿਆਪਨ ਕੀਤਾ। 1893 ਵਿੱਚ ਉਸ ਨੂੰ ਭੌਤਿਕ ਵਿਗਿਆਨ ਦੀ ਇੱਕ ਡਿਗਰੀ ਪ੍ਰਦਾਨ ਕੀਤੀ ਗਈ ਅਤੇ ਪ੍ਰੋਫੈਸਰ ਗੈਬਰੀਅਲ
ਲਿਮੈਨ ਦੀ ਇੱਕ ਉਦਯੋਗਿਕ ਪ੍ਰਯੋਗਸ਼ਾਲਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਗਿਆ। ਇਸ ਦੌਰਾਨ ਉਸਨੇ ਪੈਰਿਸ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਰੀ ਰੱਖੀ ਅਤੇ ਇੱਕ ਫੈਲੋਸ਼ਿਪ ਦੀ ਸਹਾਇਤਾ ਨਾਲ ਉਹ 1894 ਵਿੱਚ ਦੂਜੀ ਡਿਗਰੀ ਹਾਸਲ ਕਰਨ ਦੇ ਯੋਗ ਹੋ ਗਈ। ਸਕਾਡੋਵਸਕਾ ਨੇ ਪੈਰਿਸ ਵਿੱਚ ਆਪਣੇ ਵਿਗਿਆਨ ਜੀਵਨ ਦੀ ਸ਼ੁਰੂਆਤ ਵੱਖ-ਵੱਖ ਸਟੀਲਜ਼ ਦੀ ਚੁੰਬਕੀ ਵਿਸ਼ੇਸ਼ਤਾਵਾਂ ਦੀ ਪੜਤਾਲ ਨਾਲ ਕੀਤੀ, ਜਿਸ ਨੂੰ ਸੁਸਾਇਟੀ ਆਫ ਇੰਪਰੂਵਮੈਂਟ ਆਫ ਨੈਸ਼ਨਲ ਇੰਡਸਟਰੀ ਵੀ ਕਿਹਾ ਜਾਂਦਾ ਹੈ, ਦੁਆਰਾ ਜਾਰੀ ਕੀਤਾ ਗਿਆ। ਅਤੇ ਉੱਥੇ ਉਸੇ ਸਾਲ ਪਿਏਰੇ ਕਿਊਰੀ ਨੇ ਉਸ ਦੀ ਜ਼ਿੰਦਗੀ ਵਿੱਚ ਦਸਤਕ ਦਿੱਤੀ ਅਤੇ ਪਿਏਰੀ ਅਤੇ ਸਕਾਡੋਵਸਕਾ ਦੋਹਾਂ ਦੀ ਸਾਂਝੇ ਤੌਰ ਤੇ ਕੁਦਰਤੀ ਵਿਗਿਆਨ ਵਿੱਚ ਦਿਲਚਸਪੀ ਸੀ, ਜਿਸ ਨੇ ਉਸ ਨੂੰ ਆਪਸ ਵਿੱਚ ਇੱਕ ਦੂਜੇ ਵੱਲ ਆਕਰਸ਼ਿਤ ਕੀਤਾ। ਪਿਏਰੇ ਕਿਊਰੀ ਦਾ ਸਿਟੀ ਆਫ ਪੈਰਿਸ ਇੰਡਸਟਰੀਅਲ ਫਿਜ਼ੀਕਲ ਐਂਡ ਕੈਮਿਸਟਰੀ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਦਾ ਇੱਕ ਇੰਸਟ੍ਰਕਟਰ ਸੀ। ਉਹਨਾਂ ਦੋਹਾਂ ਨੇ ਪੋਲਿਸ ਭੌਤਿਕ ਵਿਗਿਆਨ ਪ੍ਰੋਫੈਸਰ ਜੋਸਫ ਵਿਜਰੂਜ਼ ਕੋਵਲਸਕੀ ਦੁਆਰਾ ਆਪਸ ਵਿੱਚ ਮਿਲਵਾਇਆ ਗਿਆ ਸੀ, ਜਿਸ ਨੇ ਜਾਣਿਆ ਕਿ ਮੈਰੀ ਕਿਊਰੀ ਵਿਸ਼ਾਲ ਪ੍ਰਯੋਗਸ਼ਾਲਾ ਦੀ ਜਗ੍ਹਾ ਦੀ ਤਲਾਸ਼ ਕਰ ਰਹੀ ਹੈ, ਜਿਸ ਬਾਰੇ ਵਿਰਜੂ ਕੋਵਲਸਕੀ ਜਾਣਦਾ ਸੀ ਕਿ ਇਸ ਕਾਰਜ ਲਈ ਪਿਏਰੇ ਕਿਊਰੀ ਦਾ ਪਹੁੰਚ ਸੀ। ਹਾਲਾਂਕਿ ਕਿਊਰੀ ਕੋਲ ਵੱਡੀ ਪ੍ਰਯੋਗਸ਼ਾਲਾ ਨਹੀਂ ਸੀ, ਫਿਰ ਵੀ ਉਹ ਸਕਾਡੋਵਸਕਾ ਲਈ ਜਗ੍ਹਾ ਲੱਭਣ ਦੇ ਯੋਗ ਸੀ ਜਿੱਥੇ ਉਹ ਕੰਮ ਸ਼ੁਰੂ ਕਰ ਸਕਦੀ ਸੀ। ਵਿਗਿਆਨ ਪ੍ਰਤੀ ਉਹਨਾਂ ਦੀ ਆਪਸੀ ਸਾਂਝ ਅਤੇ ਉਹਨਾਂ ਵਿਚਾਲੇ ਨੇੜਤਾ ਵਿੱਚ ਤੀਬਰਤਾ ਪੈਦਾ ਹੋਈ ਅਤੇ ਦੋਨਾਂ ਨੇ ਇੱਕ ਦੂਜੇ ਦੀਆਂ ਭਾਵਨਾ ਪੈਦਾ ਹੋਈਆਂ ਤਾਂ ਸ਼ੁਰੂ ਹੋ ਗਈਆਂ। ਆਖਰਕਾਰ ਪਿਏਰੇ ਕਿਊਰੀ ਦਾ ਵਿਆਹ ਪ੍ਰਸਤਾਵ ਰੱਖਿਆ, ਪਰ ਸਕਾਡੋਵਸਕਾ ਨੇ ਪਹਿਲਾਂ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ, ਕਿਉਂਕਿ ਅਜੇ ਵੀ ਆਪਣੇ ਜੱਦੀ ਦੇਸ਼ ਵਾਪਸ ਜਾਣ ਦੀ ਯੋਜਨਾ ਬਣਾ ਰਹੀ ਸੀ। ਕਿਊਰੀ ਨੇ ਹਾਲਾਂਕਿ ਐਲਾਨ ਕੀਤਾ ਕਿ ਉਸ ਦੇ ਨਾਲ ਪੋਲੈਂਡ ਜਾਣ ਲਈ ਤਿਆਰ ਹੈ, ਚਾਹੇ ਇਸ ਦਾ ਅਰਥ ਹੈ ਕਿ ਉਸ ਦਾ ਫ੍ਰੈਂਚ ਸਿਖਾਉਣਾ ਘਟ ਜਾਵੇ। ਇਸ ਦੌਰਾਨ 1894 ਦੀ ਗਰਮੀ ਦੀ ਬ੍ਰੇਕ ਲਈ ਸਕਾਡੋਵਸਕਾ ਵਾਰਸਾ ਵਾਪਸ ਪਰਤੀ, ਜਿੱਥੇ ਉਹ ਆਪਣੇ ਪਰਿਵਾਰ ਨੂੰ ਮਿਲਣ ਗਈ। ਉਹ ਅਜੇ ਵੀ ਇਸ ਭੁਲੇਖੇ ਵਿੱਚ ਸੀ ਕਿ ਉਹ ਪੋਲੈਂਡ ਵਿੱਚ ਆਪਣੇ ਚੁਣੇ ਹੋਏ ਖੇਤ ਵਿੱਚ ਕੰਮ ਕਰ ਸਕੇਗੀ, ਪਰ ਉਸ ਨੂੰ ਕਾਕਾਵ ਯੂਨੀਵਰਸਿਟੀ ਵਿੱਚ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਇੱਕ ਔਰਤ ਸੀ। ਪਿਏਰੇ ਕਿਊਰੀ ਦੀ ਇੱਕ ਚਿੱਠੀ ਨੇ ਉਸ ਨੂੰ PhD ਕਰਨ ਲਈ ਪੈਰਿਸ ਪਰਤਣ ਲਈ ਯਕੀਨ ਦਿਵਾਇਆ। ਸਕਾਡੋਵਸਕਾ ਦੇ ਜ਼ੋਰ ਤੇ ਕਿਊਰੀ ਨੂੰ ਚੁੰਬਕੀਵਾਦ ਬਾਰੇ ਆਪਣੀ ਖੋਜ ਲਿਖੀ ਅਤੇ ਮਾਰਚ 1895 ਵਿੱਚ ਆਪਣੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੂੰ ਸਕੂਲ ਵਿੱਚ ਪ੍ਰੋਫੈਸਰ ਵਜੋਂ ਤਰੱਕੀ ਵੀ ਮਿਲੀ। ਇੱਕ ਸਮਕਾਲੀ ਨੇ ਮਜ਼ਾਕਿਆ ਲਹਿਜੇ ਵਿੱਚ ਸਕਾਡੋਵਸਕਾ ਨੂੰ ਪਿਏਰੇ ਦੀ ਸਭ ਤੋਂ ਵੱਡੀ ਖੋਜ ਕਹਿ ਕੇ ਬੁਲਾਉਂਦਾ ਸੀ। 26 ਜੁਲਾਈ 1895 ਨੂੰ ਉਹਨਾਂ ਦਾ ਵਿਆਹ ਸੀਨ ਵਿੱਚ ਹੋਇਆ ਅਤੇ ਉਹ ਕਿਸੇ ਪ੍ਰਕਾਰ ਦੀ ਧਾਰਮਿਕ ਸੇਵਾ ਵਿੱਚ ਯਕੀਨ ਨਹੀਂ ਰੱਖਦੇ ਸਨ। ਕਿਊਰੀ ਦਾ ਗਹਿਰੀ ਨੀਲਾ ਪਹਿਰਾਵਾ, ਜੋ ਇੱਕ ਦੁਲਹਨ ਤੇ ਗਾਊਨ ਦੀ ਜਗ੍ਹਾ ਪੋਸ਼ਾਕ ਸੀ, ਜਿਸ ਨੇ ਕਈ ਸਾਲਾਂ ਤੱਕ ਉਸ ਦੀ ਪ੍ਰਯੋਗਸ਼ਾਲਾ ਦੇ ਪਹਿਰਾਵੇ ਵਜੋਂ ਵੀ ਸੇਵਾ ਨਿਭਾਈ। ਉਹਨਾਂ ਨੇ ਦੋ ਮਨੋਰੰਜਕ ਕਾਰਜ ਸਾਂਝੇ ਕੀਤੇ, ਲੰਬੀ ਸਾਈਕਲ ਯਾਤਰਾਵਾਂ ਅਤੇ ਵਿਦੇਸ਼ ਯਾਤਰਾਵਾਂ, ਜਿਸ ਨੂੰ ਉਹਨਾਂ ਨੇ ਇੱਕ ਦੂਜੇ ਦੇ ਨੇੜੇ ਲੈ ਕੇ ਆਇਆ। ਪਿਏਰੇ ਵਿੱਚ ਮੈਰੀ ਨੂੰ ਇੱਕ ਨਵਾਂ ਪਿਆਰ, ਇੱਕ ਸਾਥੀ ਅਤੇ ਇੱਕ ਵਿਗਿਆਨਕ ਸਹਿਯੋਗੀ ਮਿਲਿਆ, ਜਿਸ ਉੱਤੇ ਉਹ ਨਿਰਭਰ ਕਰਦੀ ਸੀ। ਜੋ ਨਵੇਂ ਧਾਤਾਂ ਦੀ ਉਸਨੇ ਖੋਜ ਕੀਤੀ। ਮੈਰੀ ਦੇ ਦੋ ਨਵੇਂ ਧਾਤਾਂ ਦੀ ਖੋਜ ਕੀਤੀ, ਪਲੈਨੀਅਮ ਅਤੇ ਰੇਡੀਅਮ। ਦੋਵੇਂ ਧਾਤਾਂ ਰੇਡੀਅਮ ਐਕਟਿਵ ਸਨ। ਉਸਨੇ ਆਪਣੇ ਦੁਆਰਾ ਖੋਜੇ ਗਏ ਪਹਿਲੇ ਧਾਤ ਦਾ ਨਾਮ ਆਜ਼ਾਦ ਪੋਲੈਂਡ ਦੇ ਨਾਂ ਉੱਤੇ ਰੱਖਿਆ, ਜੋ ਮੌਤ ਸੀ ਕਿਊਰੀ ਦੀ। ਕਿਊਰੀ ਨੇ 1934 ਵਿੱਚ ਆਖਰੀ ਵਾਰ ਪੋਲੈਂਡ ਦਾ ਦੌਰਾ ਕੀਤਾ। ਕੁਝ ਮਹੀਨਿਆਂ ਬਾਅਦ 4 ਜੁਲਾਈ 1934 ਨੂੰ ਉਸਦੀ ਮੌਤ ਪੈਸੀ ਹੋਵਟ ਸੇਵੇਜ ਦੇ ਸੈਸਲੇਮ ਰੋਜ਼ ਸੈਨਾਟੇਰੀਆ ਵਿਖੇ ਹੋਈ। ਆਪਲਾਸਟਿਕ ਐਲੂਮੀਨੀਅਮ ਨੂੰ ਇਸ ਦੀ ਮੌਤ ਦਾ ਕਾਰਨ ਮੰਨਿਆ ਜਾਂਦਾ ਹੈ ਕਿ ਉਹ ਰੇਡੀਏਸ਼ਨ ਦੇ ਲੰਮੇ ਸਮੇਂ ਦੇ ਸੰਪਰਕ ਵਿੱਚ ਆਉਣ ਨਾਲ ਸੰਕਰਮਿਤ ਸੀ। ਉਸ ਦੇ ਕੰਮ ਦੇ ਸਮੇਂ ਆਯੋਨਾਈਜ਼ਿੰਗ ਰੇਡੀਏਸ਼ਨ ਦੇ ਨੁਕਸਾਨ ਦੇ ਪ੍ਰਭਾਵਾਂ ਬਾਰੇ ਪਤਾ ਨਹੀਂ ਸੀ, ਜੋ ਬਾਅਦ ਵਿੱਚ ਇਸ ਹਾਦਸੇ ਤੋਂ ਬਾਅਦ ਵਿਕਸਿਤ ਕੀਤੇ ਸੁਰੱਖਿਆ ਉਪਾਵਾਂ ਤੋਂ ਬਿਨਾਂ ਕੀਤੇ ਗਏ ਸਨ। ਉਸਨੇ ਆਪਣੀ ਜੇਬ ਵਿੱਚ ਇੱਕ ਰੇਡੀਓ ਐਕਟਿਵ ਆਈਸੋਟੋਪਾਂ ਵਾਲੀ ਟੈਸਟ ਟਿਊਬਾਂ ਰੱਖੀਆਂ ਸਨ ਅਤੇ ਉਸਨੇ ਉਹਨਾਂ ਨੂੰ ਆਪਣੇ ਡੈਸਕ ਦੇ ਦਰਾਜ਼ ਵਿੱਚ ਸਟੋਰ ਕਰ ਦਿੱਤਾ ਅਤੇ ਉਹ ਅਲੋਪ ਹੋ ਰਹੀ ਰੋਸ਼ਨੀ ਬਾਰੇ ਦੱਸਦਿਆਂ ਕਿਹਾ ਕਿ ਪਦਾਰਥ ਹਨੇਰੇ ਵਿੱਚ ਕੁਝ ਤੱਤ ਛੱਡ ਦਿੰਦੇ ਹਨ। ਕਿਊਰੀ ਨੂੰ ਯੁੱਧ ਦੌਰਾਨ ਫੀਲਡ ਹਸਪਤਾਲਾਂ ਵਿੱਚ ਰੇਡੀਓਲੋਜਿਸਟ ਵਜੋਂ ਸੇਵਾ ਨਿਭਾਈ ਅਤੇ ਨਿਭਾਉਂਦੇ ਸਮੇਂ ਅਨਿਤ ਉਪਕਰਨਾਂ ਤੋਂ ਐਕਸਰੇ ਦਾ ਸਾਹਮਣਾ ਵੀ ਕਰਨਾ ਪਿਆ। ਹਾਲਾਂਕਿ ਉਸਦੇ ਕਈ ਦਹਾਕਿਆਂ ਤੇ ਰੇਡੀਏਸ਼ਨ ਦੇ ਸੰਪਰਕ ਵਿੱਚ ਗੰਭੀਰ ਬਿਮਾਰੀਆਂ, ਮੋਤੀਆ ਦੇ ਕਾਰਨ, ਅੰਨ੍ਹੇਪਣ ਸਮੇਤ ਅਤੇ ਆਖਰਕਾਰ ਉਸਦੀ ਮੌਤ ਦਾ ਕਾਰਨ ਬਣੇ। ਉਸਨੇ ਅਸਲ ਵਿੱਚ ਕਦੇ ਵੀ ਰੇਡੀਏਸ਼ਨ ਅਤੇ ਐਕਸਪੋਜਰ ਦੇ ਸਿਹਤ ਜੋਖਮਾਂ ਨੂੰ ਸਵੀਕਾਰ ਨਹੀਂ ਕੀਤਾ ਸੀ।
ਉਸ ਨੂੰ ਉਸਦੇ ਪਤੀ ਪਿਅਰੇ ਦੇ ਨਾਲ ਸਿਕੋਕਸ ਦੇ ਕਬਰਸਤਾਨ ਵਿੱਚ ਦਫਨਾਉਣ ਲਈ ਦਖਲਅੰਦਾਜ਼ੀ ਕੀਤੀ ਗਈ ਸੀ। 60 ਸਾਲ ਬਾਅਦ 1995 ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦੇ ਸਨਮਾਨ ਵਿੱਚ ਦੋਵਾਂ ਦੀਆਂ ਬਚੀਆਂ ਹੋਈਆਂ ਚੀਜ਼ਾਂ ਨੂੰ ਪੈਰਸਨ ਪੈਰਿਸ ਵਿੱਚ ਤਬਦੀਲ ਕਰ ਦਿੱਤਾ। ਰੇਡੀਓ ਐਕਟੀਵਿਟੀ ਕਾਰਨ ਉਹਨਾਂ ਦੀਆਂ ਬਚੀਆਂ ਹੋਈਆਂ ਨਿਸ਼ਾਨੀਆਂ ਬਾਰੀਕ ਲਾਈਨਿੰਗ ਵਿੱਚ ਸੀਲ ਕਰ ਦਿੱਤੀਆਂ ਗਈਆਂ। ਉਹ ਪਹਿਲੀ ਔਰਤ ਬਣੀ ਜਿਸ ਨੂੰ ਆਪਣੇ ਗੁਣਾਂ ਦੇ ਆਧਾਰ ਤੇ ਪੰਥਨ ਵਿੱਚ ਬਿਨਾਂ ਰੁਕਾਵਟ ਦੇ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਰੇਡੀਏਸ਼ਨ ਐਕਟਿਵ ਦੇ ਜ਼ਹਿਰੀਲੇ ਪੱਧਰ ਤੇ ਕਾਰਨ 1890 ਦੇ ਦਹਾਕੇ ਤੋਂ ਉਸਦੇ ਪੇਪਰਾਂ ਨੂੰ ਸੰਭਾਲਣਾ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਉਸ ਨੂੰ ਕੁੱਕਬੁੱਕ ਵੀ ਬਹੁਤ ਜ਼ਿਆਦਾ ਰੇਡੀਓ ਐਕਟਿਵ ਹੈ। ਉਸਦੇ ਕਾਗਜ਼ਾਤ ਲੀਡ ਲਾਈਨ ਵਾਲੇ ਬਕਸੇ ਵਿੱਚ ਰੱਖੇ ਗਏ ਹਨ। ਜਿਹੜੇ ਲੋਕ ਉਹਨਾਂ ਨੂੰ ਕੁਝ ਜਾਣਨਾ ਚਾਹੁੰਦੇ ਸੀ ਉਹ ਲਾਜ਼ਮੀ ਤੌਰ ਤੇ ਸੁਰੱਖਿਆ ਕੱਪੜੇ ਪਹਿਨਦੇ ਹਨ। ਉਸਦੇ ਆਖਰੀ ਸਾਲ ਵਿੱਚ ਉਸਦੀ ਕਿਤਾਬ ਰੇਡੀਓ ਐਕਟੀਵਿਟੀ ਦੇ ਕੰਮ ਕੀਤਾ ਜੋ ਉਸਦੇ ਮਰਨ ਉਪਰੰਤ 1835 ਵਿੱਚ ਪ੍ਰਕਾਸ਼ਿਤ ਕੀਤੀ ਗਈ। ਜੋ ਉਸਨੂੰ ਨੋਬਲ ਇਨਾਮ ਸੀ, ਉਸਨੇ 1903 ਵਿੱਚ ਆਪਣੇ ਪਤੀ ਕਿਊਰੇ ਅਤੇ ਭੌਤਿਕ ਵਿਗਿਆਨ ਹੈਨਰੀ ਬਿਕਰਲ ਦੇ ਨਾਲ ਭੌਤਿਕ ਵਿਗਿਆਨ ਦੇ ਵਿੱਚ ਨੋਬਲ ਇਨਾਮ ਸਾਂਝਾ ਕੀਤਾ। ਫਿਰ 1911 ਵਿੱਚ ਉਸਨੇ ਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ ਜਿੱਤਿਆ। ਸਕਲੋਡੋਵਸਕਾ ਕਿਊਰੀ ਨੋਬਲ ਇਨਾਮ ਜਿੱਤਣ ਵਾਲੀ ਪਹਿਲੀ ਮਹਿਲਾ ਸੀ ਅਤੇ ਅਜੇ ਤੱਕ ਇਕਲੌਤੀ ਔਰਤ ਹੈ ਜਿਸ ਨੂੰ 2 ਖੇਤਰਾਂ ਵਿੱਚ ਇਹ ਇਨਾਮ ਹਾਸਲ ਹਨ। ਇਕਲੌਤੀ ਇਨਸਾਨ ਜਿਸ ਨੇ ਵਿਗਿਆਨ ਦੇ ਦੋ ਵੱਖਰੇ ਖੇਤਰਾਂ ਵਿੱਚ ਇਨਾਮ ਵੀ ਹਾਸਲ ਕੀਤਾ। 2011 ਵਿੱਚ ਮੈਰੀ ਕਿਊਰੀ ਨੂੰ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਦੀ 100ਵੀਂ ਵਰ੍ਹੇਗੰਢ ਤੇ ਸਾਲ ਨੂੰ ਅੰਤਰਰਾਸ਼ਟਰੀ ਰਸਾਇਣ ਵਿਗਿਆਨ ਵਰ੍ਹਾ ਵੀ ਮਨਾਇਆ ਜਾਂਦਾ ਹੈ। ਸੋ ਇਹ ਸੀ ਮੈਡਮ ਮੈਰੀ ਕਿਊਰੀ ਬਾਰੇ ਜੋ ਗੱਲਾਂ ਜੋ ਅਸੀਂ ਤੁਹਾਨੂੰ ਦੱਸੀਆਂ ਨੇ ਕਿ ਇੱਕ ਤੁਸੀਂ ਦੇਖਿਆ ਕਿ ਜਿੱਥੇ ਮੁੰਡੇ ਵੀ ਇਸ ਦੇਸ਼ ਦੇ ਵਿੱਚ ਤਰੱਕੀ ਦਾ ਕਾਰਨ ਬਣਦੇ, ਉੱਥੇ ਧੀਆਂ ਵੀ ਸਾਡੀਆਂ ਤਰੱਕੀ ਦੇ ਰਾਹ ਤੇ ਤੁਰ ਪਈਆਂ ਤੇ ਇੱਕ ਮੁਕਾਮ ਹਾਸਲ ਕਰ ਲਈਆਂ ਨੇ ਤੇ ਸਾਡੇ ਦੇਸ਼ ਨੂੰ ਤੇ ਸਾਡੇ ਕਾਰਜ ਦੇ ਹਿੱਤਾਂ ਵਿੱਚ ਕੰਮ ਕਰ ਰਹੀਆਂ ਨੇ। ਸੋ ਕਿਸੇ ਔਰਤ ਨੂੰ ਕਿਸੇ ਮਰਦ ਦੇ ਨਾਲੋਂ ਘੱਟ ਨਹੀਂ ਕਰਨਾ ਚਾਹੀਦਾ। ਸੋ ਸਾਡਾ ਪੜ੍ਹਨ ਦਾ ਮਕਸਦ ਇਹ ਹੁੰਦਾ ਕਿ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਸਕੇ, ਤੁਹਾਡੇ ਬੱਚਿਆਂ ਦੇ ਮਨਾਂ ਵਿੱਚ ਇੱਕ ਉਤਸ਼ਾਹ ਪੈਦਾ ਹੋ ਸਕੇ ਕਿ ਇਸ ਇਤਿਹਾਸ ਨੂੰ ਅਸੀਂ ਪੜ੍ਹ ਸਕੀਏ। ਸੋ ਬੇਨਤੀ ਹੈ ਕਿ ਮੇਰੀ ਵੀਡੀਓ ਨੂੰ ਇੱਕ ਵਾਰ ਜ਼ਰੂਰ ਸੁਣੋ, ਬਿਨਾਂ ਸਕਿਪ ਕਰੇ ਸੁਣੋ ਤਾਂ ਕਿ ਤੁਹਾਡੇ ਬੱਚਿਆਂ ਨੂੰ ਇੱਕ ਨਵੀਂ ਸਿੱਖਿਆ ਮਿਲ ਸਕੇ। ਸੋ ਅਗਲੀ ਵੀਡੀਓ ਵਿੱਚ ਜਦ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।